Obviously, Canada will always defend freedom of expression, freedom of conscience, freedom of peaceful protest. That's something that's extremely important to us. At the same time as we're always there to prevent violence, to push back against hatred. ਦਿੱਲੀ ਵਿੱਚ ਹਾਲੀਆ G20 ਤੋਂ ਬਾਅਦ ਖਾਲਿਸਤਾਨੀ ਸਮਰਥਕਾਂ ਦੀਆਂ ਗਤੀਵਿਧੀਆਂ ਤੇ ਲਗਾਮ ਲਗਾਉਣ ਦੀ ਭਾਰਤ ਦੀ ਮੰਗ ਦੇ ਸਵਾਲ ਤੇ ਕੈਨੇਡੀਅਨ PM ਜਸਟਿਨ ਟਰੂਡੋ ਦਾ ਇਹ ਬਿਆਨ ਭਾਰਤ ਨੂੰ ਰਾਸ ਨਹੀਂ ਆ ਰਿਹਾ ਅਤੇ ਮਾਮਲਾ ਇੱਥੋਂ ਤੱਕ ਪਹੁੰਚ ਗਿਆ ਕਿ ਦੋਹਾਂ ਦੇਸ਼ਾਂ ਵਿਚਾਲੇ CEPA ਯਾਨੀ ਕੰਪ੍ਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਐਗਰੀਮੈਂਟ ਤਹਿਤ ਵਪਾਰਕ ਸਾਂਝ ਵਧਾਉਣ ਲਈ 9 ਦੌਰ ਦੀ ਹੋ ਚੁੱਕੀ ਗੱਲਬਾਤ ਨੂੰ ਭਾਰਤ ਵੱਲੋਂ ਵਿਰਾਮ ਲਾ ਦਿੱਤਾ ਗਿਆ। ਭਾਰਤ ਸਰਕਾਰ ਮੁਤਾਬਿਕ ਕੈਨੇਡਾ ਵਿੱਚ ਹੋ ਰਹੀਆਂ ਭਾਰਤ ਵਿਰੋਧੀ ਗਤੀਵਿਧੀਆਂ ਦਾ ਮੁੱਦਾ PM ਮੋਦੀ ਵੱਲੋਂ PM ਟਰੂਡੋ ਦੇ ਸਾਹਮਣੇ ਚੁੱਕਿਆ ਗਿਆ ਸੀ। ਜਦੋਂ ਤੱਕ ਇਹ ਰਾਜਨੀਤਿਕ ਘਟਨਾਕ੍ਰਮ ਸੁਲਝ ਨਹੀਂ ਜਾਂਦੇ, ਕੈਨੇਡਾ ਨਾਲ ਇਸ ਵਪਾਰਕ ਗੱਲਬਾਤ ਨੂੰ ਰੋਕ ਦਿੱਤਾ ਗਿਆ ਹੈ। ਦਾਅਵਾ ਇਹ ਹੈ ਕਿ ਜਦੋਂ ਤੱਕ ਇਹ ਸਿਆਸੀ ਮੁੱਦੇ ਸੁਲਝਾ ਲਏ ਜਾਣਗੇ, ਉਸ ਤੋਂ ਬਾਅਦ ਹੀ ਗੱਲਬਾਤ ਮੁੜ ਸ਼ੁਰੂ ਹੋਏਗੀ। ਹਾਲਾਂਕਿ ਕੌਮਾਂਤਰੀ ਮੀਡੀਆ ਦੇ ਮੁਤਾਬਿਕ G20 ਤੋਂ ਪਹਿਲਾਂ ਵੀ ਕੈਨੇਡਾ ਨੇ ਵਪਾਰਕ ਗੱਲਬਾਤ ਤੇ ਵਿਰਾਮ ਲਗਾਉਣ ਦੀ ਪਹਿਲ ਕੀਤੀ ਸੀ। ਦੱਸਣਯੋਗ ਹੈ ਕਿ ਮਾਰਚ 2022 ਵਿੱਚ ਦੋਵਾਂ ਦੇਸ਼ਾਂ ਦੇ ਵਿਚਾਲੇ ਕੰਪ੍ਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਐਗਰੀਮੈਂਟ ਦੇ ਤਹਿਤ ਗੱਲਬਾਤ ਸ਼ੁਰੂ ਹੋਈ ਸੀ ਅਤੇ ਅਰਲੀ ਪ੍ਰੋਗਰੈਸ ਟ੍ਰੇਡ ਐਗਰੀਮੈਂਟ ਤੇ ਵਿਚਾਰ ਕਰਨ ਤੇ ਸਹਿਮਤੀ ਬਣੀ ਸੀ। ਅਪ੍ਰੈਲ 2022 ਤੋਂ ਲੈ ਕੇ ਜੁਲਾਈ 2023 ਤੱਕ ਦੋਹਾਂ ਦੇਸ਼ਾਂ ਵਿਚਾਲੇ 9 ਦੌਰ ਦੀ ਗੱਲਬਾਤ ਹੋ ਚੁੱਕੀ ਸੀ। ਭਾਰਤ ਅਤੇ ਕੈਨੇਡਾ ਵਿਚਾਲੇ ਵਪਾਰਕ ਸਾਂਝ ਕਈ ਬਿਲੀਅਨ ਡਾਲਰ ਦੀ ਹੈ। ਸਾਲ 2022-23 ਤੱਕ ਭਾਰਤ ਵੱਲੋਂ ਕੈਨੇਡਾ ਵਿੱਚ ਐਕਸਪੋਰਟ 4.10 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ, ਜਦਕਿ ਇਸੇ ਦੌਰਾਨ ਕੈਨੇਡਾ ਤੋਂ ਇੰਪੋਰਟ 4.05 ਬਿਲੀਅਨ ਅਮਰੀਕੀ ਡਾਲਰ ਦਾ ਹੋਇਆ। ਕੈਨੇਡਾ ਦੀਆਂ ਭਾਰਤ ਵਿੱਚ 1000 ਤੋਂ ਵੱਧ ਕੰਪਨੀਆਂ IT ਸੈਕਟਰ ਦੇ ਵਿੱਚ, ਜਦਕਿ ਕੈਨੇਡਾ ਦੀਆਂ 600 ਦੇ ਕਰੀਬ ਕੰਪਨੀਆਂ ਭਾਰਤ ਵਿੱਚ ਕੰਮ ਕਰਦੀਆਂ ਨੇ। ਕੈਨੇਡਾ ਭਾਰਤ ਨੂੰ ਹੀਰੇ, ਸੋਨਾ, ਕੀਮਤੀ ਨਕ, ਰੈਡੀਮੇਡ ਗਾਰਮੈਂਟਸ ਅਤੇ ਦਵਾਈਆਂ ਭੇਜਦਾ ਹੈ, ਜਦਕਿ ਭਾਰਤ ਵੱਲੋਂ ਕੈਨੇਡਾ ਨੂੰ ਦਾਲਾਂ, ਲੱਕੜ, ਲੋਹਾ ਸਕ੍ਰੈਪ, ਕਾਪਰ ਮਿਨਰਲ ਭੇਜੇ ਜਾਂਦੇ ਨੇ। ਤਾਜ਼ਾ ਘਟਨਾਕ੍ਰਮ ਤੇ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਦਾ ਬਿਆਨ ਹੈ ਕਿ ਭਾਰਤ ਦੇ ਕੈਨੇਡਾ ਨਾਲ ਚੰਗੇ ਸੰਬੰਧ ਨੇ, ਪਰ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਨੂੰ ਇਹ ਯਕੀਨੀ ਬਣਾਉਣ ਲਈ ਰੋਕ ਦਿੱਤਾ ਗਿਆ ਕਿ ਅਸੀਂ ਪੂਰ ਰਾਜਨੀਤਿਕ ਅਤੇ ਆਰਥਿਕ ਤੌਰ ਤੇ ਇੱਕੋ ਪੰਨੇ ਤੇ ਇਕੱਠੇ ਹੋਈਏ। ਦਰਅਸਲ ਭਾਰਤ ਕੈਨੇਡਾ ਵਿਚਾਲੇ ਤਲਖੀ ਦੀ ਵਜ੍ਹਾ ਕਾਫੀ ਪੁਰਾਣੀ ਹੈ, ਪਰ ਇਸ ਨੂੰ ਹਵਾ ਦਿੱਤੀ ਮਾਰਚ ਮਹੀਨੇ ਵਿੱਚ ਟੋਰਾਂਟੋ ਵਿੱਚ ਭਾਰਤੀ ਅੰਬੈਸੀ ਦੇ ਬਾਹਰ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਖਾਲਿਸਤਾਨੀ ਸਮਰਥਕਾਂ ਵੱਲੋਂ ਕੀਤੇ ਪ੍ਰਦਰਸ਼ਨ ਦੌਰਾਨ ਭਾਰਤ ਵਿਰੋਧੀ ਨਾਅਰੇਬਾਜ਼ੀ ਨੇ। ਉੱਤੋਂ ਟਰੂਡੋ ਜਦੋਂ G20 ਵਿੱਚ ਇਸ ਨੂੰ ਫ੍ਰੀडम ਆਫ ਸਪੀਚ ਨਾਲ ਜੋੜ ਰਹੇ ਸਨ, ਤਾਂ ਉਸੇ ਦੌਰਾਨ ਕੈਨੇਡਾ ਦੇ ਸਰੀ ਵਿੱਚ ਦਹਿਸ਼ਤਗਰਦ ਪੰਨੂ ਦੀ ਮੌਜੂਦਗੀ ਵਿੱਚ ਕੀਤੇ ਗਏ ਖਾਲਿਸਤਾਨ ਹੱਕ ਵਿੱਚ ਰੈਫਰੈਂਡਮ ਨੇ ਬਲਦੀ ਵਿੱਚ ਤੇਲ ਦਾ ਕੰਮ ਕੀਤਾ ਅਤੇ ਮਾਮਲਾ ਇੱਥੋਂ ਤੱਕ ਪਹੁੰਚ ਗਿਆ ਕਿ ਕੈਨੇਡਾ ਦੀ ਵਪਾਰ ਮੰਤਰੀ ਮੈਰੀ ਦਾ ਕੁਝ ਦਿਨਾਂ ਬਾਅਦ ਅਕਤੂਬਰ ਵਿੱਚ ਹੋਣ ਵਾਲਾ ਭਾਰਤ ਦੌਰਾ ਵੀ ਟਾਲ ਦਿੱਤਾ ਗਿਆ, ਜੋ ਸਾਫ਼ ਇਸ਼ਾਰਾ ਕਰ ਰਿਹਾ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਸਭ ਕੁਝ ਠੀਕ ਨਹੀਂ ਹੈ। ਪਰ ਇਸ ਦੇ ਨਾਲ ਹੀ ਕੈਨੇਡਾ ਵਿੱਚ ਹੋ ਰਹੀ ਭਾਰਤ ਵਿਰੋਧੀ ਗਤੀਵਿਧੀਆਂ ਬਾਰੇ ਵਾਰ-ਵਾਰ ਮੁੱਦਾ ਚੁੱਕਣ ਦੇ ਬਾਵਜੂਦ ਕੈਨੇਡਾ ਸਰਕਾਰ ਦੀ ਨਮੋਸ਼ੀ ਅਤੇ ਵਪਾਰਕ ਸੰਬੰਧਾਂ ਤੇ ਵਿਰਾਮ ਲਗਾਉਣਾ ਭਾਰਤ ਵੱਲੋਂ ਪਲਟਵਾਰ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ। ਬਿਊਰੋ ਰਿਪੋਰਟ, PTC ਨਿਊਜ਼।